ਕੇਂਦਰ ਦੇ ਖੇਤੀ ਕਾਨੂੰਨ ਦੇ ਖਿਲਾਫ ਕਿਸਾਨਾਂ ਨੇ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਨ ਦਾ ਐਲਾਨ ਕੀਤਾ ਹੈ। 25 ਤੇ 26 ਦਸੰਬਰ ਨੂੰ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਵੱਲ ਵਧਣਗੇ। ਕਿਸਾਨ ਲੀਡਰਾਂ ਨੇ ਪੀਐਮ ਮੋਦੀ ਦੇ ਉਹਨਾਂ ਦਾਅਵਿਆਂ ਤੇ ਵੀ ਸਵਾਲ ਚੁੱਕੇ ਨੇ ਜਿਨ੍ਹਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਦੀ ਤਾਰੀਫ ਕੀਤੀ ਸੀ। खेती कानून नूं लैके किसान अते सरकार दरमियान दूरियां खत्म नहीं हो रही। किसानां ने सरकार दी नीयत च खोट दसी है। इतराज है कि एक पासे पीएम मध्य प्रदेश के किसानां नाल गल कर रहे ने ते दूजे पासे दिल्ली च किसान ठंड च मर रहे ने। इस तो इलावा देखो सरकार दी नीत ते नीति जिहड़ी है वो बिल्कुलों ठीक नहीं हैगी। प्रधानमंत्री अज मध्य प्रदेश के किसानों के नाल वीडियो कॉन्फ्रेंस कर रहे हैं। एक मैंने इतने बरूआं ते लखां लोग देश के विचों आण के पंजाब हरियाणे चों देश चों आण के इत्थे बैठे हुए आ, इन्नियां ठंडां दी रातां कट रहे, इन्नियां दुखां तकलीफां झाग रहे आ। इन्हां नाल गल करन दी उन्हां कोल वेल नहीं, इनकी गल करन दी उन्हां ने नहीं समझी, लोड़ नहीं समझी। उधर गल करन दी जिहड़ी आ उधर गल कर रहे। सानूं कोई मध्य प्रदेश के किसानां ते गल करन ते कोई इतराज नहीं, पर गल ते इत्थे जदों किसान मंग कर रहे आ भी प्रधानमंत्री खुद गल करन, क्योंकि प्रधानमंत्री ही इन्हां काले कानूनां दा खेती वालियां दा कोई हल कढ सकदे आ। ते ओह गल करन दी उन्हां नूं की चीज़ कोई जे कोई डेमोक्रेसी है। सुप्रीम कोर्ट हाँ अजे सानू कोई नोटिस नहीं आया, जो सानू कोई नोटिस आऊगा फिर असीं अपने कानूनी सलाहकारां नाल कोई विचार करके फिर असीं कोई दस सकते हैं। पर उस चों सानू ये आम साफ आ भी उहदे चों कुछ नहीं निकलण वाला। जिहड़ियां कमेटियां केंद्र सरकार कह रही सी कमेटियां बना लो, ना उस चों कुछ निकलण दी गुजाइश सी ते ना इस चों कोई निकलण दी गुजाइश सानू लगदी है। इस तरह दा सानू ये लगदा वा। जानी 1 तरीक वाली जिहड़ी मीटिंग हुई है 1 नवंबर नूं खेतीबाड़ी विभाग दे 3 मंत्री खेतीबाड़ी वाला, रेलवे वाला ते एक राज मंत्री ਜਿਹੜਾ ਹੈਗਾ ਸੋਮ ਪ੍ਰਕਾਸ਼, ਇਹ ਤਿੰਨਾਂ ਦੀ ਹਾਜ਼ਰੀ ਦੇ ਵਿੱਚ ਇਹ ਗੱਲ ਰੱਦ ਕਰਤੀ ਕਿ ਛੋਟੀ ਕਮੇਟੀ ਕੋਈ ਫੈਸਲਾ ਨਹੀਂ ਕਰ ਸਕਦੀ। ਜਦੋਂ ਕੋਈ ਫੈਸਲਾ ਹੋਣਾ ਤਾਂ ਪੰਜਾਬ ਦੀਆਂ ਹਿੰਦੁਸਤਾਨ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਸਾਹਮਣੇ ਜਿਹੜੀ ਪਾਵਰ ਰੱਖਦੀ ਹੈ ਅਥਾਰਟੀ, ਉਹ ਪਾਵਰ ਰੱਖਣ ਵਾਲੀ ਅਥਾਰਟੀ ਜਿਵੇਂ ਮੋਦੀ ਹੈ, ਸ਼ਾਹ ਹੈ, ਉਹ ਜਾਂ ਆਪ ਆਉਣ ਜਾਂ ਅਥਾਰਟੀ ਨੂੰ ਦੇ ਕੇ ਭੇਜਣ, ਉਹਨਾਂ ਨੂੰ ਸਾਹਮਣੇ ਬਿਠਾ ਕੇ ਹੀ ਕੋਈ ਫੈਸਲਾ ਕੀਤਾ ਜਾ ਸਕਦਾ। ਮਸਲੇ ਦਾ ਹੱਲ ਨਾ ਹੋਣ ਦੀ ਸੂਰਤ 'ਚ ਕਿਸਾਨਾਂ ਨੇ ਅੰਦੋਲਨ ਨੂੰ ਹੋਰ ਵੀ ਭੁਖਾਉਣ ਦਾ ਐਲਾਨ ਕੀਤਾ ਹੈ। 20 ਦਸੰਬਰ ਨੂੰ ਉਹਨਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਜਿਨ੍ਹਾਂ ਇਸ ਸੰਘਰਸ਼ 'ਚ ਜਾਨ ਗਵਾਈ। 25 ਤੇ 26 ਦਸੰਬਰ ਨੂੰ ਦਿੱਲੀ ਵੱਲ ਕਿਸਾਨਾਂ ਦੇ ਵੱਡੇ ਕਾਫਲੇ ਵਧਣਗੇ। ਅਸੀਂ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਵਾਸਤੇ ਜਿਹੜਾ ਇੱਕ ਤੇ ਜਿਹੜੇ ਸਾਡੇ ਸ਼ਹੀਦ ਹੋ ਗਏ ਆ ਇਸ ਅੰਦੋਲਨ 'ਚ, ਪੰਜਾਬ 'ਚ ਹੋ ਗਏ, ਦਿੱਲੀ 'ਚ ਹੋ ਗਏ, ਉਹ ਜਿਹੜੇ 20 ਤੋਂ ਵੱਧ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਆ। ਨਾਲ ਅਸੀਂ ਜਿਹੜੇ ਹਾਦਸਿਆਂ 'ਚ ਮਾਰੇ ਗਏ ਆ ਸਾਡੇ ਕਿਸਾਨ ਬੀਬੀਆਂ, ਉਹਨਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਜਿਹੜੇ ਭੇਟ ਕਰਨੇ ਆ। ਉਹਦੇ ਲਈ 20 ਜਿਹੜੀ ਆ ਦਸੰਬਰ ਨੂੰ ਪੂਰੇ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ, ਪਿੰਡਾਂ ਦੇ ਵਿੱਚ, ਜਿਹੜਾ ਗਾਉਂ ਦੇ ਵਿੱਚ ਵੱਡੇ ਇਕੱਠ ਕਰਕੇ ਸ਼ਰਧਾਂਜਲੀ ਭੇਟ ਕਰਾਂਗੇ, ਰੋਸ ਮਾਰਚ ਕਰਾਂਗੇ ਤੇ ਮਿਸਾਲ ਮਾਰਚ, ਮੋਮਬੱਤੀ ਮਾਰਚ, ਜਿਹੜਾ ਕੈਂਡਲ ਮਾਰਚ ਪਿੰਡਾਂ 'ਚ ਕੀਤੇ ਜਾਣਗੇ। ਲਾਮਬੰਦੀ ਜਿਹੜੀ ਆ ਕੇਂਦਰ ਸਰਕਾਰ ਦੇ ਖਿਲਾਫ ਹੋਰ ਵੱਡੀ ਕੀਤੀ ਜਾਊਗੀ। ਇਸ ਤੋਂ ਇਲਾਵਾ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਵਾਸਤੇ, ਤਗੜਾ ਕਰਨ ਵਾਸਤੇ ਸਾਡੇ 25 ਦਸੰਬਰ ਨੂੰ ਤੇ 26 ਦਸੰਬਰ ਨੂੰ ਬਹੁਤ ਵੱਡੇ ਜਥੇ ਪੰਜਾਬ 'ਚੋਂ, ਉਧਰੋਂ ਦੁਆਬੇ ਦੇ ਵਿੱਚੋਂ, ਆਪਣੇ ਇਧਰਲੇ ਬੰਨਿਓ ਮਾਝੇ ਦੁਆਬੇ ਦੇ ਵਿੱਚ ਤੇ ਉਧਰਲੇ ਬੰਨਿਓ ਮਾਲਵੇ ਦੇ ਵਿੱਚੋਂ ਬਹੁਤ ਵੱਡੇ ਜਥੇ ਜਿਹੜੇ ਆ ਇਹਨਾਂ ਮੋਰਚਿਆਂ ਦੇ ਸਾਡਿਆਂ ਦੇ ਵਿੱਚ ਸ਼ਾਮਲ ਹੋਣਗੇ। ਇਹ ਸਾਡਾ ਅਗਲਾ ਐਲਾਨ ਆ ਤੇ ਇਸ ਮੋਰਚੇ ਨੂੰ ਹੋਰ ਜਿਹੜਾ ਵਾ ਤਗੜਾ ਕਰਾਂਗੇ ਤੇ ਆਖਰ ਤੱਕ ਲੜਾਂਗੇ। ਜਿੰਨਾ ਚਿਰ ਤੱਕ ਇਹਨਾਂ ਖੇਤੀ ਕਾਨੂੰਨਾਂ ਦਾ ਕੋਈ ਹੱਲ ਨਹੀਂ ਨਿਕਲ ਜਾਂਦਾ ਉਦੋਂ ਤੱਕ ਲੜਨ ਦਾ ਸਾਡਾ ਜਿਹੜਾ ਵਾ ਅਸੀਂ ਆਪਣਾ ਫੈਸਲਾ ਕੀਤਾ ਹੋਇਆ ਵਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨਾਂ ਨਾਲ ਕਿਸਾਨ ਇਤਫਾਕ ਨਹੀਂ ਰੱਖਦੇ, ਜਿਨ੍ਹਾਂ ਦਾ ਮੰਨਣਾ ਹੈ ਕਿ ਪੀਐਮ ਦੀਆਂ ਦਲੀਲਾਂ ਜ਼ਮੀਨ ਤੇ ਨਹੀਂ ਉਤਰਦੀਆਂ। कहें तो हम तो पहले बोल रहे हैं भी जो ये नीतियां हैं इनके लिए जितने भी विपक्ष के दल हैं वो जिम्मेवार हैं। तो वो ये कैसे कह सकते हैं भी विपक्ष ने नहीं किया, मैंने कर दिया तो विरोध कर रहे हैं। हम तो पहले स्पष्ट कर रहे हैं भी जो उदारीकरण, संसारीकरण, WTO की नीतियां हैं उनके लिए कांग्रेस भी उतनी जिम्मेवार है जितनी भाजपा है। 2013 में जो माली इंडोनेशिया में समझौता हुआ था तो वहाँ नंद शर्मा जी जब वाणिज्य मंत्री थे उस वक्त के तो वो साइन करके आए। हम तो ये बोल रहे हैं अब प्रधानमंत्री विपक्ष को क्या बोलना चाहते हैं उनकी मर्जी है। देखिए जो कृषि के सुधार
अभी देश में चालू करने की बात है, वो 7 दहाका पहले अमेरिका में हो चुके हैं। तो हम तो पीएम से सवाल करते हैं कि वहां पर तो ये जो मॉडल है फेल हो गया। अमेरिका के किसानों के ऊपर $425 बिलियन का कर्ज है। अमेरिका अपने किसानों को $60,000 की सब्सिडाइज करता है। तो वहां तो 2000 एकड़ वाले किसान हैं, यहाँ तो 5-6 एकड़ वाले किसान हैं। अगर यूरोप और अमेरिका में फेल हो चुका अब सुधार खेती के यहाँ लागू कर रहे हैं, तो हम क्यों ना माने। जो वो पॉइंट उठा रहे हैं, जो उन्होंने कृषि में कहा था कि अगर डेयरी वाला किसान से कांटेक्ट करे दूध का तो गाय भैंस थोड़े ना ले जाता है, ये भी कहा। हम उसका ये कहना चाहते हैं कि आपने प्रधानमंत्री जैसे रेल में निजीकरण किया, ठीक है जी, इसके बाद आपने BSNL में किया, भारत पेट्रोलियम में किया, कुकिंग कोल लिमिटेड में किया। वो तो जो क्षेत्र है प्राइवेट क्षेत्र में जा रहे हैं, वो तो मालकी प्राइवेट क्षेत्र की हो रही ना। अब कृषि में भी आप सुधारों के नाम पर, कृषि तो पहले निजी है। प्रधानमंत्री जी बोलते हैं मैं कृषि में निजी निवेश कराएंगे, तो इसका मतलब कारपोरेट कराएंगे। तो खेती भी दूसरा, चाहे फिश फार्मिंग हो, चाहे पोल्ट्री फार्मिंग हो, चाहे सूर पालन का कितना हो, चाहे डेयरी फार्म हो, वो सभी देश के किसानों के आंकड़े इकट्ठे करें हमारे प्रधानमंत्री जी, और हमें बताएं वो भी तो कर्ज में डूबे हुए हैं। वो कौन से महाराजा बन गए? तो उनकी दलीलें जमीन पर पूरी उतरती नहीं। इस दौरान किसान जथेबंदियां ने आपसी तालमेल बारे भी स्पष्टीकरण दिता। ਅਸਲ ਵਿੱਚ ਜਿਹੜਾ ਤੁਸੀਂ ਕਹਿੰਦੇ ਵੀ ਤੁਸੀਂ ਉਹਨਾਂ ਦਾ ਪਾਰਟ ਕਿਉਂ ਨਹੀਂ ਬਣਦੇ, ਇੱਥੇ ਜਿਹੜੀਆਂ ਜਥੇਬੰਦੀਆਂ 30 ਇਕੱਠੀਆਂ ਨੇ ਕਿ ਉਹ ਇੱਕ ਦੂਜੇ ਦਾ ਪਾਰਟ ਬਣ ਗਈਆਂ? ਇਸ ਕਰਕੇ ਨਹੀਂ, ਕੋਈ ਦੂਜਾ ਕਿਸੇ ਨਾਲ ਇਕੱਠਾ ਅੰਦੋਲਨ ਕਰਕੇ ਇੱਕ ਪਾਰਟ ਬਣ ਗਏ। ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਾਡੇ ਨਾਲ ਬਿਹਤਰ ਤਾਲਮੇਲ ਦੀ ਸਰਗਰਮੀ ਕਰ ਰਹੀ ਹੈ ਕਿ ਇਹ ਸਾਡਾ ਪਾਰਟ ਬਣ ਗਏ। ਇਹ ਸਵਾਲ ਹੈ ਜਿਹੜਾ ਕੋਈ ਸਾਂਝੀ ਸਰਗਰਮੀ ਕਰਨ ਨਾਲ ਪਾਰਟ ਨਹੀਂ ਬਣਦਾ ਹੁੰਦਾ। ਤੁਹਾਡੇ ਸਵਾਲ ਦਾ ਜਵਾਬ ਤਾਂ ਹੈ। ਜਿਹੜੀਆਂ ਦੂਜੀਆਂ ਜਥੇਬੰਦੀਆਂ ਨੇ, ਅੱਡ ਜਥੇਬੰਦੀਆਂ ਨੇ, ਐਕਸ਼ਨ ਪਲਾਨ ਕਰ ਰਹੀਆਂ ਨੇ, ਘੇਰਾ ਵੱਡਾ ਹੈ, ਮੁੱਦੇ ਤੇ ਸਾਡੀ ਸਾਂਝ ਹੈ, ਮਿਨੀਮਮ ਇਸ਼ੂ ਤੇ ਸਾਡੀ ਸਾਂਝ ਹੈ। ਕੋਈ ਐਕਸ਼ਨ ਪਲਾਨ ਉਹ ਕਰਦੀਆਂ ਨੇ 32 ਜਥੇਬੰਦੀਆਂ, ਉਹ ਐਕਸ਼ਨ ਪਲਾਨ ਦੇ ਨਾਲ ਜੁੜਮਾ ਅਸੀਂ ਪਹਿਲਾਂ ਤੋਂ ਹੀ ਤਾਲਮੇਲਮਾ ਐਕਸ਼ਨ ਕਰਦੇ ਹਾਂ। ਤੁਹਾਡਾ ਕੋਈ ਵੀ ਸਵਾਲ ਹੋ ਸਕਦਾ ਜੇ ਉਹਨਾਂ ਨਾਲ ਕਰਦੇ ਹੋ, ਫਿਰ ਇਹਨਾਂ ਨਾਲ ਕਰਦੇ ਉਹਨਾਂ ਨਾਲ ਕਿਉਂ ਨਹੀਂ ਹੁੰਦਾ? ਇਹਨਾਂ ਨਾਲ ਜਿਹੜੀ ਸਾਡੀ ਸਾਂਝ ਹੈ ਬਹੁਤ ਪੁਰਾਣੀ ਹੈ। ਅਸੀਂ ਉਦੋਂ ਤੋਂ ਇਕੱਠੀਆਂ ਜਥੇਬੰਦੀਆਂ ਸਾਂਝੀ ਸਰਗਰਮੀਆਂ ਕਰਦੇ ਰਹੇ ਹਾਂ। ਉਧਰ ਹੁਣ ਮੁੱਦੇ ਤੇ ਸਾਂਝ ਹੈ, ਉਹ ਮੁੱਦੇ ਤੇ ਸਾਂਝ ਨੂੰ ਪਗਾਉਣ ਦੀ ਖਾਤਰ ਸਾਡੀ 400 ਹਿੰਦੁਸਤਾਨ ਦੀਆਂ ਜਥੇਬੰਦੀਆਂ ਵੀ ਬੈਠੀਆਂ ਨੇ ਇੱਥੇ। ਜਿਹੜੀਆਂ ਹਿੰਦੁਸਤਾਨ ਦੀਆਂ 500 ਜਥੇਬੰਦੀਆਂ ਨੇ ਉਹ ਵੀ ਇਸ ਗੱਲ ਤੇ ਇਕੱਠੀਆਂ ਨੇ ਵੀ ਆਹ ਕਾਨੂੰਨਾਂ ਦਾ ਵਿਰੋਧ ਕਰਨਾ ਹੈ। ਇਹਦੇ ਤੇ ਅਸੀਂ ਇਹ ਸੋਚਿਆ ਵੀ ਸਾਰੀਆਂ ਜਥੇਬੰਦੀਆਂ ਜ਼ਰੂਰੀ ਨਹੀਂ ਵੀ ਇੱਕ ਮੀਟਿੰਗ ਜਾਂ ਇੱਕ ਸੀਟਿੰਗ ਦੇ ਵਿੱਚ ਬੈਠ ਕੇ ਕੋਈ ਇਹਦਾ ਮਸਲੇ ਦਾ ਹੱਲ ਕੱਢ ਲੈਣ, ਪਰ ਸਾਰੀਆਂ ਜਥੇਬੰਦੀਆਂ ਇੱਕ ਗੱਲ ਤੇ ਇਕੱਠੀਆਂ ਹੋਣ ਕਿ ਕਾਨੂੰਨਾਂ ਦੇ ਵਿਰੋਧ 'ਚ ਕੋਈ ਕਿਤੇ ਵੀ ਬੈਠਾ ਉਹ ਐਕਸ਼ਨ ਕਰੇ। ਇਹ ਸਾਡੀ ਸਾਂਝ ਉਹਨਾਂ ਨਾਲ ਪੱਕੀ ਹੈ। ਇੱਥੇ ਸਾਡਾ ਕੋਈ ਵਖਰੇਵਾਂ ਨਹੀਂ। ਸਾਫ਼ ਹੈ, ਸਾਰੀਆਂ ਹੀ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਖਿਲਾਫ ਇੱਕ ਮਤ ਨੇ। ਅਜਿਹੇ 'ਚ ਸਰਕਾਰ ਵੀ ਪਿੱਛੇ ਹਟਦੀ ਨਹੀਂ ਵੇਖ ਰਹੀ ਅਤੇ ਕਿਸਾਨ ਵੀ ਡਟੇ ਹੋਏ ਨੇ। ਦਿੱਲੀ ਬਾਰਡਰ ਉਤੇ ਅੰਦੋਲਨਕਾਰੀ ਕਿਸਾਨਾਂ ਦੇ ਇਕੱਠ ਲਗਾਤਾਰ ਵਧ ਰਹੀ ਹੈ। ਇਹਨਾਂ ਹਾਲਾਤਾਂ 'ਚ ਇੱਕ ਗੱਲ ਤਾਂ ਸਾਫ਼ ਹੈ ਕਿ ਸਰਕਾਰ ਉਤੇ ਦਬਾਅ ਵੀ ਵਧ ਰਿਹਾ ਹੈ। ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਖੇਤੀ ਕਾਨੂੰਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਾਂਗੇ, ਜਿਨ੍ਹਾਂ ਵਿਰੋਧੀਆਂ ਨੂੰ ਵੀ ਖੇਤੀ ਕਾਨੂੰਨ ਤੇ ਘੇਰਿਆ ਹੈ। ਕੇਂਦਰ ਸਰਕਾਰ ਖੇਤੀ ਕਾਨੂੰਨਾਂ ਉੱਤੇ ਕਿਸਾਨਾਂ ਨੂੰ ਸੰਤੁਸ਼ਟ ਕਰਨ ਦੀ ਹਰ ਕੋਸ਼ਿਸ਼ ਕਰ ਰਹੀ ਹੈ। ਹੁਣ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਪੀਐਮ ਮੋਦੀ ਨੇ ਕਾਨੂੰਨਾਂ ਦੇ ਹਰ ਇੱਕ ਬਿੰਦੂ ਤੇ ਗੱਲ ਕਰਦਿਆਂ ਵਿਰੋਧੀ ਧਿਰਾਂ ਨੂੰ ਜੰਮ ਕੇ ਕੋਸਿਆ। ਪੀਐਮ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਹਰ ਖਦਸ਼ੇ ਤੇ ਵਿਚਾਰ ਕਰਨ ਨੂੰ ਤਿਆਰ ਹੈ। स्वामीनाथन कमेटी की रिपोर्ट को लागू करने का काम हमारी ही सरकार ने किया। अगर हमें एमएसपी हटानी होती
तो स्वामीनाथन कमेटी की रिपोर्ट लागू ही क्यों करते भाई? आपने भी नहीं की थी, हम भी नहीं करते। हमने तो ऐसा नहीं किया, हमने तो लागू की। दूसरा, ये हमारी सरकार एमएसपी को लेकर इतनी गंभीर है कि हर बार बुवाई से पहले एमएसपी की घोषणा करती है। इससे किसान को भी आसानी होती है, उन्हें भी पहले पता चल जाता है कि इस फसल पर इतनी एमएसपी मिलने वाली है। वो कुछ बदलाव करना चाहता है तो उसे सुविधा होती है। साथियों, 6 महीने से ज्यादा का समय हो गया जब ये कानून लागू किए गए। ये कानून तो लागू हो चुके थे, 6 महीने पहले हो चुके थे। कानून बनने के बाद भी वैसे ही एमएसपी की घोषणा की गई जैसे पहले की जाती थी। उन लोगों ने अपने 5 सालों में दाल किसानों को, दाल पैदा करने वाले किसानों को कितना रुपया दिया? 650 करोड़ रुपए। हमारी सरकार ने क्या किया? हमने करीब करीब 50,000 करोड़ रुपए दाल पैदा करने वाले किसानों को दिया। कहां 600 करोड़ और कहां 50,000 करोड़। आज दाल के किसान को भी ज्यादा पैसा मिल रहा है, दाल की कीमतें भी कम हुई हैं, जिससे गरीब को सीधा फायदा हुआ है। जो लोग किसानों को न एमएसपी दे सके, न एमएसपी पर ढंग से खरीद सके, वो एमएसपी पर किसानों को गुमराह कर रहे हैं। साथियों, कृषि सुधारों से जुड़ा एक और झूठ फैलाया जा रहा है, एपीएमसी यानी हमारी मंडियों को लेकर के। हमने कानून में क्या किया है? हमने कानून में किसानों को आजादी दी है, नया विकल्प दिया है। पिछले 70 साल से सरकार किसानों को ये जरूर बताती रही है कि आप सिर्फ इसी मंडी में अपना अनाज बेच सकते हो। मंडी के अलावा किसान चाहकर भी अपनी फसल कहीं और नहीं बेच सकता था। नए कानून में हमने सिर्फ इतना कहा है कि किसान अगर उसको फायदा नजर आता है तो पहले की तरह जाके मंडी में बेचे, और बाहर उसको फायदा होता है तो मंडी के बाहर जाने का उसको हक मिलना चाहिए, उसकी मर्जी को। क्या लोकतंत्र में मेरे किसान भाई को इतना हक नहीं हो सकता है? अब जहां किसान को लाभ मिलेगा वहां वो अपनी उपज बेचेगा। मंडी भी चालू है, मंडी में भी आकर के बेच सकता है। जो पहले था वो भी कर सकता है, किसान की मर्जी पर करेगा। नए कृषि सुधारों को लेकर तीसरा बहुत बड़ा झूठ चल रहा है, फार्मिंग एग्रीमेंट को लेकर। देश में फार्मिंग एग्रीमेंट का कोई नई चीज नहीं है। क्या कोई नया कानून बनाकर हम अचानक फार्मिंग एग्रीमेंट को लागू कर रहे हैं? जी नहीं। हमारे देश में बरसों से फार्मिंग एग्रीमेंट की व्यवस्था चल रही है। एक दो नहीं बल्कि अनेक राज्यों में पहले से फार्मिंग एग्रीमेंट होते रहे हैं। अभी किसी ने मुझे एक अखबार की रिपोर्ट भेजी 8 मार्च 2019 की। उसमें पंजाब की कांग्रेस सरकार किसानों और एक मल्टीनेशनल कंपनी के बीच 800 करोड़ रुपए के फार्मिंग एग्रीमेंट का जश्न मना रही है।
इसका स्वागत कर रही है। पंजाब के मेरे किसान भाई बहनों की खेती में ज्यादा से ज्यादा निवेश हो, ये हमारी सरकार के लिए भी खुशी की बात है। हमने तय किया है कि फार्मिंग एग्रीमेंट में सबसे बड़ा हित अगर देखा जाएगा तो वो किसान का देखा जाएगा। हमने कानूनन तय किया है कि किसान से एग्रीमेंट करने वाला अपनी जिम्मेदारी से भाग नहीं पाएगा। जो किसान को उसने वादा किया होगा, वो स्पॉन्सर करने वाले को, वो भागीदार को उसे पूरा करना ही होगा। अगर नए किसान कानून लागू होने के बाद कितने ही उदाहरण सामने आ रहे हैं जहां किसानों ने अपने इलाके में एसडीएम से शिकायत की और शिकायत के कुछ ही दिन के भीतर किसानों को अपना बकाया मिल गया। साथियों, फार्मिंग एग्रीमेंट में सिर्फ फसलों या उपज का समझौता होता है। जमीन किसान के ही पास रहती है। एग्रीमेंट और जमीन का कोई लेना देना नहीं है। प्राकृतिक आपदा आ जाए तो भी एग्रीमेंट के अनुसार किसान को पूरे पैसे मिलते हैं। नए कानूनों के अनुसार अगर अचानक, यानी जो एग्रीमेंट तय हुआ है लेकिन जो स्पॉन्सरर है, जो भागीदार है, जो पूंजी लगा रहा है और अचानक मुनाफा बढ़ गया, और किसान के कॉन्ट्रैक्ट में तो कम पैसा है लेकिन मुनाफा बढ़ गया, तो इस कानून में ऐसा प्रावधान है कि जो बढ़ा हुआ मुनाफा है किसान को उसमें से भी कुछ हिस्सा देना पड़ेगा। साथियों, एग्रीमेंट करना है या नहीं करना है ये कोई कंपलसरी नहीं है, ये किसान की मर्जी पर है। भाई, किसान चाहेगा तो करेगा, नहीं चाहेगा तो नहीं करेगा। लेकिन कोई किसान के साथ बेईमानी न कर दे, किसान के भोलेपन का फायदा उठा न ले, इसके लिए कानून की व्यवस्था की गई है। नए कानून में जो सख्ती दिखाई गई है वो स्पॉन्सर करने वाले के लिए है, किसान के लिए नहीं है। स्पॉन्सर करने वाले को एग्रीमेंट खत्म करने का अधिकार नहीं है। अगर वो एग्रीमेंट खत्म करेगा तो उसे भारी जुर्माना किसान को देना होगा। लेकिन अब वही एग्रीमेंट किसान समाप्त करना चाहे तो किसी भी समय बिना जुर्माने के वो किसान अपना फैसला ले सकता है। जिन किसानों में अभी थोड़ी सी भी आशंका बची है, उनसे मैं फिर से कहूंगा कि आप एक बार फिर सोचिए। जो हुआ ही नहीं है, जो होने वाला ही नहीं है, उसका भ्रम और डर फैलाने वाली जमात से आप सतर्क रहिए। ऐसे लोगों को मेरे किसान भाइयों बहनों पहचानिए। सरकार के इन प्रयासों के बाद भी अगर किसी को कोई आशंका है तो हम सर झुकाकर किसान भाइयों के सामने हाथ जोड़कर बहुत ही विनम्रता के साथ देश के किसान के हित में उनकी चिंता का निराकरण करने के लिए हर मुद्दे पर बात करने के लिए तैयार हैं। देश का किसान, देश के किसानों का हित हमारे लिए सर्वोच्च प्राथमिकताओं में से एक है। ਹੁਣ ਰੁਕਦੇ ਇੱਕ ਹੋਰ ਬ੍ਰੇਕ ਲਈ ਤੇ ਬ੍ਰੇਕ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਚਿੱਠੀ ਬਾਰੇ ਗੱਲ ਕਰਾਂਗੇ।
ਕਿਸਾਨ ਜਥੇਬੰਦੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਖੁੱਲੀ ਚਿੱਠੀ ਨੂੰ ਨਕਾਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਇਹ ਚਿੱਠੀ 'ਚ ਕੁਝ ਵੀ ਨਵਾਂ ਨਹੀਂ। ਪਿਛਲੇ ਦਿਨੀ ਖੇਤੀਬਾੜੀ ਮੰਤਰੀ ਨੇ ਚਿੱਠੀ ਲਿਖਦਿਆਂ ਖੇਤੀ ਕਾਨੂੰਨਾਂ ਦੀ ਤਾਰੀਫ ਕੀਤੀ ਸੀ ਅਤੇ ਇਸ ਨੂੰ ਕਿਸਾਨਾਂ ਦੇ ਹਿੱਤ 'ਚ ਦੱਸਿਆ ਸੀ। ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨ ਅਤੇ ਸਰਕਾਰ ਆਮੋ ਸਾਹਮਣੇ ਹੈ। ਕਿਸਾਨ ਜਿੱਥੇ ਕਾਨੂੰਨ ਰੱਦ ਕਰਨ ਦੀ ਮੰਗ ਉੱਤੇ ਅੜੇ ਹੋਏ ਨੇ, ਉੱਥੇ ਹੀ ਸਰਕਾਰ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ 'ਚ ਦੱਸਣ ਦੀ ਰੱਟ ਲਾਈ ਬੈਠੀ ਹੈ। ਅਜਿਹੇ 'ਚ 3 ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਤੱਕ ਪੱਤਰ ਰਾਹੀਂ ਪਹੁੰਚ ਕਰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ, ਪਰ ਉਧਰ ਕਿਸਾਨਾਂ ਨੇ ਇਸ ਨੂੰ ਸਰਕਾਰ ਦਾ ਡਰਾਮਾ ਦੱਸਿਆ ਹੈ। ਜਿੱਦਾਂ ਤੋਮਰ ਸਾਹਿਬ ਵੀ ਕਹਿ ਰਿਹਾ, ਜਿਹੜੀ ਉਹਨਾਂ ਨੇ ਚਿੱਠੀ ਲਿਖੀ ਆ ਤੇ ਉਹਦੇ ਵਿੱਚ ਕਹਿ ਰਿਹਾ ਵੀ MSP ਜਿਹੜਾ ਵਾ MSP ਰਹੇਗੀ, ਪਹਿਲੇ ਵੀ ਰਹੇਗੀ, ਹੁਣ ਵੀ ਅੱਗੇ ਵੀ ਰਹੇਗੀ। ਪਰ ਅਸੀਂ ਆਨੇ ਵੀ MSP ਤੁਸੀਂ ਰਹਿਣ ਦੀ ਗੱਲ ਕਰ ਰਹੇ ਜੋ, ਤੁਸੀਂ ਕਹਿ ਰਹੇ ਜੋ ਅਸੀਂ ਲਿਖਤੀ ਭਰੋਸਾ ਦੇ ਸਕਦੇ ਹਾਂ। ਇਹ ਤਾਂ ਵੱਖਰਾ ਕਾਨੂੰਨ ਬਣਾਉਣ 'ਚ ਕੀਤਾ ਨੂੰ ਦਿੱਕਤ ਆ, ਪਰ ਵੱਖਰਾ ਕਾਨੂੰਨ ਬਣਾ ਦਿਓ, ਇਹਦਾ ਬਣਾਓ ਇਹਦਾ ਵੱਖਰਾ ਕਾਨੂੰਨ। ਕੌਣ ਫਿਰ ਕਿਹੜੀ ਤਾਕਤ ਤੁਹਾਨੂੰ ਰੋਕ ਰਹੀ ਆ? ਮਤਲਬ ਇਹਨਾਂ ਗੱਲਾਂ ਤੋਂ ਕੋਈ ਖੋਖਲਾ ਸਾਰਾ ਕੁਝ ਆ। ਜਿਹੜੀ ਚਿੱਠੀ ਦੇ ਵਿੱਚ ਕੁਝ ਨਵਾਂ ਨਹੀਂ, ਉਹੀ ਕੁਝ ਆ ਜੋ 6 ਮਹੀਨੇ ਪਹਿਲਾਂ ਕਿਹਾ ਜਾ ਰਿਹਾ, ਉਹ ਕੁਝ ਹੋਣਿਆ। ਇਹ ਪੂਰੇ ਦੇਸ਼ ਦਾ ਅੰਦੋਲਨ ਹੈ, ਜਨ ਜਨ ਦਾ ਅੰਦੋਲਨ, ਸਾਰੇ ਵਰਗਾਂ ਦਾ ਅੰਦੋਲਨ ਹੈ। ਇਹ ਅੰਦੋਲਨ ਕਮਜ਼ੋਰ ਨਹੀਂ ਹੋਊਗਾ, ਇਹ ਅੰਦੋਲਨ ਮਜ਼ਬੂਤ ਹੋਊਗਾ। ਜਿੰਨਾ ਲੰਮਾ ਚੱਲੂ ਹੋਰ ਮਜ਼ਬੂਤ ਹੋਊਗਾ। ਇਹ ਸਾਨੂੰ ਆਪਣੇ ਆਪ ਤੇ ਭਰੋਸਾ, ਸਾਨੂੰ ਆਪਣੇ ਲੋਕਾਂ ਤੇ ਭਰੋਸਾ। ਦੇਖੋ, ਜੋ ਸਾਨੂੰ ਲੱਗਦਾ ਵੀ ਪਹਿਲੋਂ ਵੀ ਨਹੀਂ ਸੀ ਲੱਗਿਆ ਵੀ ਹੱਲ ਕੱਢਣਗੇ, ਜੋ ਜਿਹੜੇ ਰੋਡ ਤੇ ਸਰਕਾਰ ਚੱਲ ਰਹੀ ਕੇਂਦਰ, ਉਹ ਨੇੜੇ ਭਵਿੱਖ 'ਚ ਵੀ ਕੋਈ ਹੱਲ ਕੱਢਣ ਵਾਲੇ ਪਾਸੇ ਨਹੀਂ ਜਾ ਰਹੀ। ਤਾਂ ਸਾਨੂੰ ਨਹੀਂ ਲੱਗਦਾ ਨੇੜੇ ਭਵਿੱਖ 'ਚ ਕੋਈ ਹੱਲ ਨਿਕਲੂਗਾ। ਇਹ ਅੰਦੋਲਨ ਲੰਮਾ ਚੱਲੂਗਾ। ਹਾਲ ਦੀ ਘੜੀ ਜੋ ਸੋਚ ਰਹੇ, ਕੱਲ ਤੱਕ ਪ੍ਰਸਥਿਤੀਆਂ ਕੋਈ ਹੋਰ ਕਰਵਟ ਲੈ ਲੈਣ, ਉਹ ਅੱਡ ਵਿਸ਼ੂ ਆ, ਪਰ ਹਾਲੇ ਤੱਕ ਇਹ ਆ। ਕਿਸਾਨਾਂ ਨੂੰ ਲਿਖੇ 8 ਸਫ਼ਿਆਂ ਦੇ ਪੱਤਰ 'ਚ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ ਜ਼ਿਆਦਾਤਰ ਕਿਸਾਨ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਤੋਂ ਖੁਸ਼ ਨੇ, ਪਰ ਕੁਝ ਧਿਰਾਂ ਵੱਲੋਂ ਝੂਠ ਦੇ ਆਧਾਰ ਤੇ ਤਣਾਅ ਪੈਦਾ ਕਰਨ ਲਈ ਸਾਜ਼ਿਸ਼ ਤਹਿਤ ਭੰਬਲ ਭੂਸਾ ਪੈਦਾ ਕੀਤਾ ਜਾ ਰਿਹਾ ਹੈ। ਉਹਨਾਂ ਦਾਅਵਾ ਕੀਤਾ ਸੀ ਕਿ ਨਵੇਂ ਖੇਤੀ ਕਾਨੂੰਨ ਲਾਗੂ ਹੋਣ ਨਾਲ MSP ਖਰੀਦ ਨੇ ਇਸ ਵਾਰ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹੀ ਪੱਤਰ ਰੀਟਵੀਟ ਕੀਤਾ ਹੈ, ਪਰ ਸਰਕਾਰ ਫਿਰ ਕਿਸਾਨਾਂ ਨੂੰ ਸੰਤੁਸ਼ਟ ਨਾ ਕਰ ਪਾਈ। ਫਿਲਹਾਲ ਦੇ ਲਈ ਇਹਨਾਂ ਹੀ ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ ABP ਸਾਂਝਾ।